हाँ जी स्टूडेंट सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ ਤੇ ਅੱਜ ਸਾਡੀ ਹੈਗੀ ਆ ਪੰਜਾਬੀ ਦੀ ਕਲਾਸ। ਪਹਿਲੀ ਕਲਾਸ ਆਪਾਂ ਲਾਉਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਪੰਜਾਬੀ ਦੀ ਕੋਈ ਕਲਾਸ ਨਹੀਂ ਲਾਈ ਤੇ ਪੰਜਾਬੀ ਨੂੰ ਕਰਾਉਣ ਦਾ ਤਰੀਕਾ ਮੈਂ ਇਹ ਰੱਖੂੰਗੀ ਕਿਉਂਕਿ ਪੰਜਾਬੀ ਕੀ ਆ ਸਾਡੀ ਮਾਤ ਭਾਸ਼ਾ ਹੈ, ਸਾਡੀ ਮਦਰ ਟੰਗ ਆ। ਠੀਕ ਆ, ਪੰਜਾਬੀ ਦਾ ਆਲਮੋਸਟ ਪੇਪਰ ਅਸੀਂ ਕੀ ਆ ਕਰ ਲੈਂਦੇ ਆ ਜਾਂ ਇੱਥੋਂ ਤੱਕ ਕਿ ਅਸੀਂ ਇਹ ਸੋਚ ਲੈਂਦੇ ਆ ਵੀ ਸਾਨੂੰ 30 ਦੇ ਵਿੱਚੋਂ 25 ਨੰਬਰ ਤਾਂ ਆ ਹੀ ਜਾਣਗੇ। ਠੀਕ ਆ, ਅਸੀਂ ਇਹ ਸੋਚ ਕੇ ਚਲ ਜਾਂਦੇ ਆ। ਠੀਕ ਆ, ਰਹੀ ਗੱਲ ਸਾਡੀ ਲਿਪੀ ਦੀ ਹੋਈ, ਸਾਡਾ ਵਿਆਕਰਨ ਹੋਇਆ, ਸਾਡੇ ਸਵਰ ਵਿਅੰਜਨ, ਠੀਕ ਆ, ਇਹ ਸਾਰਾ ਕੁਝ ਅਸੀਂ ਪੜ੍ਹਦੇ ਆ ਰਹੇ ਆ ਤੇ ਜਾਂ ਸਾਨੂੰ ਇਹ ਚੀਜ਼ਾਂ ਆਉਂਦੀਆਂ ਵੀ ਆ ਪਰ ਅਸੀਂ ਮਾਰ ਕਿੱਥੇ ਖਾ ਜਾਂਦੇ ਆ। ਅਕਸਰ ਹੀ ਤੁਸੀਂ ਦੇਖਿਆ ਹੋਊਗਾ ਕਿ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਸਾਡੇ ਪੰਜਾਬੀ ਦਾ ਜਿਹੜਾ ਸਾਨੂੰ 30 ਨੰਬਰ ਦਾ ਪੇਪਰ ਆਉਂਦਾ ਵਾ ਉਹਦੇ ਵਿੱਚ ਸਾਨੂੰ ਕੁਝ ਐਦਾਂ ਦੀਆਂ ਡੈਫੀਨੇਸ਼ਨ ਪੁੱਛੀਆਂ ਜਾਂਦੀਆਂ ਵਾ। ਇਹ ਵਾਲੀਆਂ ਜਿਹੜੀਆਂ ਡੈਫੀਨੇਸ਼ਨ ਆ ਇਹ ਸਾਨੂੰ ਕਨਫਿਊਜ਼ ਕਰ ਦਿੰਦੀਆਂ ਵੀ ਇਹ ਕਿਹੜੀ ਡੈਫੀਨੇਸ਼ਨ ਕਿਹਦੀ ਆ। ਅਕਸਰ ਹੀ ਸਾਨੂੰ ਪੇਪਰ ਦੇ ਵਿੱਚ 2 ਤੋਂ 3 ਡੈਫੀਨੇਸ਼ਨ ਪਾਈਆਂ ਹੁੰਦੀਆਂ, ਨਹੀਂ ਤਾਂ 2 ਤਾਂ ਪਾਈਆਂ ਹੀ ਹੁੰਦੀਆਂ ਵਾ। ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਪੰਜਾਬੀ ਦੇ ਵਿੱਚ ਆਪਾਂ ਉਹ ਚੀਜ਼ ਪਹਿਲਾਂ ਕਰਦੇ ਜਾਈਏ। ਠੀਕ ਹੈ, ਕਿਉਂਕਿ ਪੰਜਾਬੀ ਸਾਡੀ ਮਾਤ ਭਾਸ਼ਾ ਆ, ਕੁਝ ਔਖੀ ਨਹੀਂ ਆ। ਆਪਾਂ ਪੰਜਾਬੀ ਦੀਆਂ ਔਖੀਆਂ ਚੀਜ਼ਾਂ ਫੜੀਏ ਜਿਹੜੀਆਂ ਕਿ ਪੇਪਰ ਦੇ ਵਿੱਚ ਆਉਂਦੀਆਂ ਵੀ ਬਹੁਤ ਜ਼ਿਆਦਾ ਵਾ। ਸੋ ਅੱਜ ਦਾ ਜਿਹੜਾ ਵਿਸ਼ਾ ਹੈਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤੇ ਮੈਂ ਇਹ ਚੀਜ਼ ਦਾਅਵੇ ਨਾਲ ਕਹਿੰਦੀ ਆ ਵੀ ਮੈਂ ਸਾਰੀਆਂ ਡੈਫੀਨੇਸ਼ਨ ਜਿਹੜੀਆਂ ਪੰਜਾਬੀ ਦੇ ਪੇਪਰ ਵਿੱਚ ਤੁਹਾਨੂੰ ਡੈਫੀਨੇਸ਼ਨ ਪੁੱਛੀਆਂ ਜਾਂਦੀਆਂ ਉਹ ਸਾਰੀਆਂ ਹੀ ਮੈਂ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਕਰਵਾ ਦੇਣੀਆਂ ਵਾ। ਇਹਨਾਂ ਨੂੰ ਤੁਸੀਂ ਬਹੁਤ ਹੀ ਸੀਰੀਅਸ ਲੈਣਾ ਵਾ, ਤੁਸੀਂ ਇਹਨਾਂ ਨੂੰ ਕਾਪੀ ਤੇ ਨੋਟ ਕਰ ਲੈਣਾ ਵਾ। ਠੀਕ ਆ, ਮੈਂ ਨਾਲ ਦੀ ਨਾਲ ਆਪਾਂ ਡੈਫੀਨੇਸ਼ਨ ਕੋਈ ਨਹੀਂ ਛੱਡਣੀ। 10 ਤੋਂ 15 ਡੈਫੀਨੇਸ਼ਨ ਮੈਂ ਤੁਹਾਨੂੰ ਕਰਵਾਉਂਗੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਦੀ ਜਾਊਂਗੀ ਵੀ ਕਿਹੜੀ ਡੈਫੀਨੇਸ਼ਨ ਜਿਹੜੀ ਆ ਸਾਡੇ ਲਈ ਇੰਪੋਰਟੈਂਟ ਆ। ਠੀਕ ਆ, ਸਭ ਤੋਂ ਪਹਿਲੀ ਡੈਫੀਨੇਸ਼ਨ ਹੈਗੀ ਆ ਕਾਰਟਰ ਵੀ ਗੁੱਡ। ਠੀਕ ਆ, ਕੀ ਨਾਮ ਆ ਮਨੋਵਿਗਿਆਨੀ ਦਾ? ਕਾਰਟਰ ਵੀ ਗੁੱਡ ਅਨੁਸਾਰ ਇਹ ਕੀ ਕਹਿੰਦਾ? ਇਹ ਕਹਿੰਦਾ ਉਦੇਸ਼ ਪੂਰਵ ਨਿਰਧਾਰਤ ਨਿਸ਼ਾਨਾ ਹੁੰਦੇ ਹਨ ਜੋ ਕਿਸੇ ਕੰਮ ਜਾਂ ਕਿਰਿਆ ਦਾ ਮਾਰਗਦਰਸ਼ਨ ਕਰਦੇ ਹਨ। ਫੋਰ ਐਗਜ਼ਾਮਪਲ ਕਾਰਟਰ ਵੀ ਗੁੱਡ ਦੇ ਕਹਿਣ ਦਾ ਮਤਲਬ ਇਹ ਆ, ਇਹ ਕਹਿੰਦਾ ਵਾ ਕਿ ਜਿਹੜੇ ਉਦੇਸ਼ ਆ, ਠੀਕ ਆ, ਜਿਵੇਂ ਹੁਣ ਮੰਨ ਲਓ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਉਹਦੇ ਪਿੱਛੇ ਮੇਰਾ ਕੀ ਆ, ਮੇਰਾ ਕੋਈ ਮੋਟਿਵ ਆ, ਮੇਰਾ ਕੋਈ ਉਦੇਸ਼ ਆ। ਤੇ ਜੇ ਕੋਈ ਉਦੇਸ਼ ਆ ਤੇ ਜਿਹੜਾ ਮੈਂ ਹੁਣ ਕੰਮ ਕਰ ਰਹੀ, ਮੈਂ ਪੜ੍ਹਾ ਰਹੀ, ਮੈਂ ਕਿਰਿਆ ਕਰ ਰਹੀ ਹਾਂ, ਹਨਾ, ਉਹਦਾ ਕੀ ਕਰ ਰਹੇ ਨੇ? ਮਾਰਗਦਰਸ਼ਨ ਕਰ ਰਹੇ ਨੇ। ਕੌਣ ਕਰ ਰਹੇ ਨੇ? ਉਦੇਸ਼ ਕਰ ਰਹੇ ਨੇ। ਠੀਕ ਹੈ, ਇਹੀ ਮਤਲਬ ਵਾਲਾ ਕਿੰਨੀ ਸੋਹਣੀ ਡੈਫੀਨੇਸ਼ਨ ਆ, ਹਨਾ। ਉਹਨਾਂ ਨੂੰ ਜਦੋਂ ਤੁਸੀਂ ਸਮਝ ਕੇ ਕਰੋ ਨਾ ਫਿਰ ਵਾਕਿਆ ਇੰਟਰਸਟਿੰਗ ਲੱਗਦਾ। ਵੇਖੋ ਕਿੰਨੀ ਸੋਹਣੀ ਗੱਲ ਕਹੀ ਕਾਰਟਰ ਵੀ ਗੁੱਡ ਨੇ, ਕਹਿੰਦੇ ਜਿਹੜੇ ਉਦੇਸ਼ ਆ, ਜੇ ਸਾਡਾ ਉਦੇਸ਼ ਆ, ਜੇ ਅਸੀਂ ਕੋਈ ਕੰਮ ਕਰ ਰਹੇ ਹਾਂ, ਠੀਕ ਹੈ, ਫੋਰ ਐਗਜ਼ਾਮਪਲ ਜੇ ਅਸੀਂ ਕੋਈ ਕੰਮ ਕਰ ਰਹੇ ਹਾਂ ਉਹਦੇ ਪਿੱਛੇ ਸਾਡਾ ਕੋਈ ਉਦੇਸ਼ ਆ, ਜੇ ਅਸੀਂ ਕੰਮ ਕੋਈ ਏਦਾਂ ਦਾ ਕਰ ਰਹੇ ਹਾਂ ਤੇ ਜਿਹਦੇ ਪਿੱਛੇ ਸਾਡਾ ਕੋਈ ਉਦੇਸ਼ ਹੀ ਨਹੀਂ ਹੈਗਾ, ਉਹ ਕੰਮ ਦੇ ਪਿੱਛੇ ਸਾਡਾ ਕੋਈ ਮੇਨ ਮੋਟਿਵ ਹੀ ਨਹੀਂ ਹੈਗਾ, ਹਨਾ, ਫਿਰ ਉਹ ਕੰਮ ਵੀ ਇੰਨਾ ਵਧੀਆ ਨਹੀਂ ਹੁੰਦਾ। ਠੀਕ ਆ, ਸੋ ਇਹ ਮਤਲਬ ਵਾਲਾ ਕਾਰਟਰ ਵੀ ਗੁੱਡ ਦਾ। ਠੀਕ ਆ, ਬਹੁਤ ਹੀ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤੀ ਡੈਫੀਨੇਸ਼ਨ। ਦੂਜੀ ਤੇ ਆ ਜਾਓ। ਜੇਮਸ ਰੋਜ਼ ਅਨੁਸਾਰ ਇਹਨਾਂ 2 ਬੰਦੇ ਸੀ, ਇਹ ਦੋਵੇਂ ਡੈਫੀਨੇਸ਼ਨ ਜਿਹੜੀਆਂ ਬਹੁਤ ਜ਼ਿਆਦੀਆਂ ਇੰਪੋਰਟੈਂਟ ਆ ਕਿਉਂਕਿ ਇੱਕ ਦੂਜੇ ਤੋਂ ਆਪੋਜ਼ਿਟ ਆ ਦੋਨੋਂ ਡੈਫੀਨੇਸ਼ਨ। ਸੌਰੀ, ਜੇਮਸ ਰੋਜ਼ ਅਨੁਸਾਰ ਜਿਹੜੀ ਸਿੱਖਿਆ ਆ ਉਹ 2 ਧਰੂਵੀ ਪ੍ਰਕਿਰਿਆ ਵਾ। ਜਿਹੜਾ ਜੇਮਸ ਰੋਜ਼ ਆ ਉਹ ਕਹਿੰਦਾ ਵੀ ਸਿੱਖਿਆ 2 ਧਰੂਵੀ ਪ੍ਰਕਿਰਿਆ। 2 ਧਰੂਵੀ ਕੀ ਕਿਹਾ? ਇੱਕ ਤਾਂ ਸਟੂਡੈਂਟ ਹੋ ਗਿਆ, ਇੱਕ ਟੀਚਰ ਹੋ ਗਿਆ। ਸਿਖਾਉਣ ਵਾਲਾ, ਇੱਕ ਸਿੱਖਣ ਵਾਲਾ, ਇੱਕ ਸਿਖਾਉਣ ਵਾਲਾ। ਠੀਕ ਹੈ, ਇਹਨੇ ਕਿਹਾ ਸੀ ਕਿ ਜੇਮਸ ਰੋਜ਼ ਨੇ ਕਿਹਾ ਸੀ ਸਿੱਖਿਆ 2 ਧਰੂਵੀ ਪ੍ਰਕਿਰਿਆ, ਯਾਨੀ ਕਿ ਇਹਦੇ ਕਹਿਣ ਦਾ ਮਤਲਬ ਕੀ ਸੀਗਾ? ਇੱਕ ਸਿੱਖਣ ਵਾਲਾ, ਇੱਕ ਸਿਖਾਉਣ ਵਾਲਾ, ਇੱਕ ਟੀਚਰ, ਇੱਕ ਸਟੂਡੈਂਟ। ਠੀਕ ਹੈ, ਪਰ ਜੌਨ ਡੀਵੀ ਨੇ ਕੀ ਕਹਿਤਾ? ਜੌਨ ਡੀਵੀ ਕਹਿੰਦਾ ਨਹੀਂ, ਸਿੱਖਿਆ 3 ਧਰੂਵੀ ਪ੍ਰਕਿਰਿਆ ਹੈ। ਕੀ ਕਹਿੰਦਾ? ਕਹਿੰਦਾ ਸਿੱਖਿਆ 3 ਧਰੂਵੀ ਪ੍ਰਕਿਰਿਆ ਹੈ। ਹੁਣ ਇਹਨੇ ਤੀਜੀ ਚੀਜ਼ ਕਿਹੜੀ ਐਡ ਕੀਤੀ ਹੋਊਗੀ? ਟੀਚਰ ਤਾਂ ਸਟੂਡੈਂਟ ਹੈ ਹੀ ਹੈ, ਇੱਕ ਸਿੱਖਣ ਵਾਲਾ, ਇੱਕ ਸਿਖਾਉਣ ਵਾਲਾ। ਇਹਨੇ ਕਲਾਸ ਦਾ ਕਮਰਾ ਵੀ ਵਿੱਚ ਐਡ ਕੀਤਾ। ਕਹਿੰਦਾ ਜਿਹੜਾ ਕਲਾਸਰੂਮ ਆ ਉਹ ਵੀ ਸਿੱਖਣ ਦਾ ਹਿੱਸਾ ਹੈਗਾ ਵਾ। ਸੋ 3 ਧਰੂਵੀ ਪ੍ਰਕਿਰਿਆ ਫਿਰ ਇਹਦੀ ਕਿਹੜੀ ਹੋਗੀ? ਟੀਚਰ, ਸਟੂਡੈਂਟ ਐਂਡ ਕਲਾਸਰੂਮ। ਠੀਕ ਆ, ਯਾਨੀ ਕਿ ਜਮਾਤ ਦਾ ਕਮਰਾ। ਆਪਾਂ ਪੰਜਾਬੀ ਕਰ ਰਹੇ ਹਾਂ, ਸੋ ਇੰਗਲਿਸ਼ ਦੇ ਵਰਡ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਘੱਟ ਯੂਜ਼ ਕਰਾਂ।
ठीक है। चौथी डेफिनेशन जिहड़ी है बहुत ही ज्यादा इंपॉर्टेंट है, ये सानू आई भी सी पेपर विच। ठीक है, मन दे अनुसार सिखना व्यवहार विच परिवर्तन लिआउंदा है। ये डेफिनेशन बहुत ही ज्यादा इंपॉर्टेंट आ। वैसे उपर वालियां भी इंपॉर्टेंट आ, पर सब तो ज्यादा इंपॉर्टेंट चौथी आ, मन दे अनुसार सिखना व्यवहार विच परिवर्तन लिआउंदा है। क्योंकि असीं जदों कोई भी चीज़ सिੱਖਦੇ ਹਾਂ हना, असीं जन्म तो लैके मौत तक असीं कुछ ना कुछ सिੱਖਦੇ ही रहने हैं हना। असीं सिੱਖਦੇ रहने, ਉਹਦੇ ਨਾਲ ਸਾਡਾ ਬਿਹੇਵੀਅਰ ਚੇਂਜ ਹੁੰਦਾ ਵਾ। ठीक आ, ਸਾਡੇ ਬਿਹੇਵੀਅਰ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਉਂਦੇ ਆ ਜਦੋਂ ਅਸੀਂ ਕੁਝ ਨਾ ਕੁਝ ਸਿੱਖਦੇ ਆ। ਬਹੁਤ ਹੀ ਈਜ਼ੀ ਡੈਫੀਨੇਸ਼ਨ ਆ, ਬਸ ਇਹ ਆ ਵੀ ਤੁਸੀਂ ਉਹ ਡੈਫੀਨੇਸ਼ਨ ਹੈ ਕਿਹਦੀ ਆ, ਇਹ ਤੁਸੀਂ ਯਾਦ ਰੱਖਣਾ। ठीक आ, ਅੱਗੇ ਆਪਾਂ ਕਰਦੇ ਆ ਪੰਜਵੀਂ ਡੈਫੀਨੇਸ਼ਨ। ਪੰਜਵੀਂ ਡੈਫੀਨੇਸ਼ਨ ਹੈਗੀ ਹੈ ਰੈਡਨ ਦੀ। ਰੈਡਨ ਕੀ ਕਹਿੰਦਾ? ਰੈਡਨ ਕਹਿੰਦਾ ਵੀ ਸਿੱਖਿਆ ਪ੍ਰੌੜ ਵਿਅਕਤੀ ਦੁਆਰਾ ਅਪੌੜ ਵਿਅਕਤੀ ਉੱਤੇ ਤਰਤੀਬਵਾਰ ਪ੍ਰਭਾਵ ਹੈ। ਹੁਣ ਤੁਸੀਂ ਇਸ ਡੈਫੀਨੇਸ਼ਨ ਨੂੰ ਸਮਝੋ ਵੀ ਪ੍ਰੌੜ ਵਿਅਕਤੀ ਤੇ ਅਪੌੜ ਵਿਅਕਤੀ ਤੋਂ ਭਾਵ ਕੀ ਆ। ਦੇਖੋ, ਜਦੋਂ ਅਸੀਂ ਗਰੋਥ ਐਂਡ ਡਿਵੈਲਪਮੈਂਟ ਦੀਆਂ ਸਟੇਜਸ ਪੜ੍ਹਦੇ ਹਾਂ, ਉਹਦੇ ਵਿੱਚ ਅਸੀਂ ਇੱਕ ਬਾਲਗ ਅਵਸਥਾ ਪੜ੍ਹਦੇ ਹਾਂ ਜਿਹਨੂੰ ਅਸੀਂ ਅਪੌੜ ਅਵਸਥਾ ਵੀ ਕਹਿੰਦੇ ਹਾਂ। ਠੀਕ ਆ, ਜਾਂ ਅਸੀਂ ਪੜ੍ਹਦੇ ਹਾਂ ਆਪਣਾ ਕਿਸ਼ੋਰ ਅਵਸਥਾ ਪੜ੍ਹਦੇ ਜਿਹਨੂੰ ਅਸੀਂ ਐਡੋਲਸੈਂਸ ਪੀਰੀਅਡ ਕਹਿੰਦੇ ਆ। ਹੁਣ ਪ੍ਰੌੜ ਵਿਅਕਤੀ ਕਿਹੜਾ ਆ? ਪ੍ਰੌੜ ਵਿਅਕਤੀ ਉਹ ਆ ਜਿਹੜਾ ਕਿਸ਼ੋਰ ਅਵਸਥਾ ਤੋਂ ਟੱਪ ਚੁੱਕਿਆ। ਠੀਕ ਆ, ਪ੍ਰੌੜ ਵਿਅਕਤੀ ਕਿਹੜਾ ਵਾ? ਜਿਹੜਾ ਆਪਣਾ ਕਿਸ਼ੋਰ ਯਾਨੀ ਕਿ ਐਡੋਲਸੈਂਸ ਪੀਰੀਅਡ ਤੋਂ ਉੱਪਰ ਹੋ ਚੁੱਕਿਆ, ਯਾਨੀ ਕਿ 18-19 ਏਜ ਤੱਕ ਉਹ ਪਹੁੰਚ ਚੁੱਕਾ ਵਾ। ਠੀਕ ਆ, ਉਹ ਵਿਅਕਤੀ, ਠੀਕ ਆ, ਉਹ ਵਿਅਕਤੀ ਤੋਂ ਕਿਹੜਾ ਵਿਅਕਤੀ ਸਿੱਖਦਾ ਵਾ? ਅਪੌੜ ਵਿਅਕਤੀ। ਯਾਨੀ ਕਿ ਪ੍ਰੌੜ ਵਿਅਕਤੀ ਤੇ ਕਿਹਦਾ ਪ੍ਰਭਾਵ ਪੈਂਦਾ ਵਾ? ਅਪੌੜ ਵਿਅਕਤੀ ਦਾ। ਠੀਕ ਆ, ਅਪੌੜ ਵਿਅਕਤੀ ਹੁਣ ਕਿਹੜਾ ਵਾ? ਅਪੌੜ ਵਿਅਕਤੀ ਇਹ ਵਾ ਜਿਹੜਾ ਉਹਦੇ ਤੋਂ ਵੱਡਾ ਆ। ਸਮਝ ਲੱਗੀ ਨਾ? ਯਾਨੀ ਕਿ ਵੱਡੇ ਵਿਅਕਤੀ ਦਾ, ਵੱਡੀ ਏਜ ਦੇ ਵਿਅਕਤੀ ਦਾ ਛੋਟੀ ਏਜ ਦੇ ਵਿਅਕਤੀ ਤੇ ਤਰਤੀਬਵਾਰ ਪ੍ਰਭਾਵ ਪੈਂਦਾ ਵਾ। ਕਿਵੇਂ? ਮਤਲਬ ਕਿ ਜਿਵੇਂ ਆਪਾਂ ਆਪਣੇ ਵੱਡਿਆਂ ਤੋਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਆ। ਠੀਕ ਆ, ਜ਼ਰੂਰੀ ਨਹੀਂ ਹੁੰਦਾ ਵੀ ਐਜੂਕੇਸ਼ਨ ਦੇ ਨਾਲ ਰਿਲੇਟਡ, ਆਪਾਂ ਹੋਰ ਵੀ ਕਈ ਗੱਲਾਂ ਜਿਹੜੀਆਂ ਵਾ ਕੰਮ 'ਚ ਹੋ ਗਿਆ, ਹੋਰ ਗੱਲਾਂ 'ਚ ਹੋ ਗਿਆ, ਕਈ ਚੀਜ਼ਾਂ ਆਪਾਂ ਜਿਹੜਾ ਵਾ ਆਪਣੇ ਵੱਡਿਆਂ ਤੋਂ ਸਿੱਖਦੇ ਹਾਂ। ਸੋ ਇਹੀ ਮਤਲਬ ਆ ਰੈਡਨ ਦੇ ਕਹਿਣ ਦਾ, ਹੋਰ ਇਹਦੇ ਵਿੱਚ ਜ਼ਿਆਦਾ ਕੁਛ ਨਹੀਂ ਹੈਗਾ। ਠੀਕ ਆ, ਡੈਫੀਨੇਸ਼ਨ ਵੇਖ ਕੇ ਘਬਰਾ ਨਾ ਜਾਇਆ ਕਰੋ, ਹੈਗਾ ਕੁਛ ਵੀ ਨਹੀਂ ਹੁੰਦਾ, ਬਸ ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਆ। ਅਗਲੀ ਡੈਫੀਨੇਸ਼ਨ ਜਿਹੜੀ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਸਕਿਨਰ ਦੀ। ਠੀਕ ਆ, ਸਕਿਨਰ ਕੀ ਕਹਿੰਦਾ? ਸਕਿਨਰ ਕਹਿੰਦਾ ਕਿ ਗ੍ਰਹਿਣ ਕਰਨਾ ਅਤੇ ਯਾਦ ਰੱਖਣਾ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ। ਠੀਕ ਹੈ, ਇਹ ਸਕਿਨਰ ਦੀ ਡੈਫੀਨੇਸ਼ਨ ਇੱਕ ਵਾਰੀ ਪੁੱਛੀ ਵੀ ਗਈ ਸੀ, ਹੁਣ ਮੈਨੂੰ ਯਾਦ ਨਹੀਂ ਆ ਵੀ ਕਿਹੜੇ ਪੇਪਰ ਦੇ ਵਿੱਚ ਪੁੱਛੀ ਗਈ, ਕਿਉਂਕਿ ਮੈਂ ਸਾਰੀਆਂ ਹੀ ਇੰਪੋਰਟੈਂਟ ਡੈਫੀਨੇਸ਼ਨ ਚੁੱਕੀਆਂ ਆ। ਠੀਕ ਆ, ਇਹ ਜਿਹੜੇ ਸਕਿਨਰ ਦੀ ਡੈਫੀਨੇਸ਼ਨ ਆ ਪੁੱਛੀ ਗਈ ਸੀ, ਬਹੁਤ ਇੰਪੋਰਟੈਂਟ ਆ। ਗ੍ਰਹਿਣ ਕਰਨਾ ਤੇ ਯਾਦ ਰੱਖਣਾ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਨੇ। ਕਹਿੰਦੇ ਜੇ ਅਸੀਂ ਕੋਈ ਚੀਜ਼ ਗ੍ਰਹਿਣ ਕਰਦੇ ਹਾਂ, ਠੀਕ ਆ, ਯਾਨੀ ਕਿ ਜਿਹੜੀ ਚੀਜ਼ ਆਟੋਮੈਟਿਕਲੀ ਅਸੀਂ ਸਿੱਖ ਜਾਂਦੇ ਆ, ਹਨਾ, ਵਿਵਹਾਰ ਕਰਦੇ ਕਰਦੇ ਸਿੱਖ ਜਾਂਦੇ ਆ, ਉਹਨੂੰ ਸਿੱਖਣਾ ਨਹੀਂ ਹੁੰਦਾ, ਉਹਨੂੰ ਕੀ ਕਹਿੰਦੇ ਆ? ਗ੍ਰਹਿਣ ਕਰਨਾ। ਜਦੋਂ ਅਸੀਂ ਸਾਈਕੋਲੋਜੀ ਦੇ ਵਿੱਚ ਪੜ੍ਹਦੇ ਹਾਂ, ਹਨਾ, ਲਰਨਿੰਗ ਐਂਡ ਐਕੁਜੀਸ਼ਨ, ਅਸੀਂ ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ ਪੜ੍ਹਦੇ ਹਾਂ, ਹਨਾ। ਤੇ ਯਾਦ ਰੱਖਣਾ, ਅਸੀਂ ਕਿਸੇ ਚੀਜ਼ ਨੂੰ ਯਾਦ ਰੱਖ ਰਹੇ ਹਾਂ, ਹਨਾ, ਉਹ ਵੀ ਤਾਂ ਇੱਕ ਹਿਸਾਬ ਦਾ ਸਿੱਖਣਾ ਹੀ ਆ। ਠੀਕ ਆ, ਇਹ ਮਤਲਬ ਆ ਸਕਿਨਰ ਦੇ ਕਹਿਣ ਦਾ। ਬਹੁਤ ਹੀ ਇੰਪੋਰਟੈਂਟ ਡੈਫੀਨੇਸ਼ਨ ਆ, ਅੰਡਰਲਾਈਨ ਕਰ ਲਿਓ। ਠੀਕ ਆ, ਲਿਖਣ ਲੱਗਿਆ। ਨੈਕਸਟ ਡੈਫੀਨੇਸ਼ਨ ਹੈਗੀ ਆ 7ਵੀਂ ਪਰਿਭਾਸ਼ਾ ਗੇਟਸ ਦੀ। ਗੇਟਸ ਦੀਆਂ ਪਰਿਭਾਸ਼ਾਵਾਂ ਵੀ ਬਹੁਤ ਜ਼ਿਆਦਾ ਪੁੱਛੀਆਂ ਜਾਂਦੀਆਂ ਪੇਪਰ ਦੇ ਵਿੱਚ। ਗੇਟਸ ਦੀ ਜਿਹੜੀ ਪਰਿਭਾਸ਼ਾ ਮੈਂ ਇੱਥੇ ਲਿਖੀ ਹੋਈ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਕਹਿੰਦਾ ਵੀ ਸਿੱਖਣ ਦਾ ਅਰਥ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਵਿਵਹਾਰ ਹੈ। ਕਹਿੰਦੇ ਜੇ ਇਨਸਾਨ ਕੋਈ ਸਿੱਖ ਰਿਹਾ ਵਾ ਤੇ ਉਹਦੇ ਵਿਵਹਾਰ ਵਿੱਚ ਪ੍ਰਗਤੀ ਕੀ ਹੁੰਦੀ ਆ? ਪ੍ਰੋਗਰੈਸ। ਠੀਕ ਆ, ਸਿੱਖਣ ਦਾ ਅਰਥ ਕੀ ਆ? ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਵਿਵਹਾਰ, ਯਾਨੀ ਕਿ ਸਿੱਖਣ ਦੇ ਨਾਲ ਉਹਦੇ ਵਿਵਹਾਰ ਦੇ ਵਿੱਚ ਜਿਹੜਾ ਚੇਂਜ ਆ ਰਿਹਾ ਵਾ ਉਹ ਇੱਕ ਲੈਵਲ ਤੇ ਆ ਰਿਹਾ ਵਾ। ਠੀਕ ਆ, ਇੱਕ ਸੀਕੁਐਂਸ ਦੇ ਨਾਲ ਆ ਰਿਹਾ ਵਾ, ਪ੍ਰਗਤੀਸ਼ੀਲ ਵਿਵਹਾਰ ਹੈ। ਇਹ ਕਿਹਨੇ ਕਿਹਾ? ਗੇਟਸ ਨੇ ਕਿਹਾ। ਬਹੁਤ ਹੀ ਇੰਪੋਰਟੈਂਟ ਡੈਫੀਨੇਸ਼ਨ ਹੈ ਸਕਿਨਰ ਦੀ ਵੀ ਤੇ ਗੇਟਸ ਦੀ ਵੀ। ਅਗਲੀ ਡੈਫੀਨੇਸ਼ਨ ਵਿਆਕਰਨ ਦੇ ਬਾਰੇ ਆ। ਵਿਆਕਰਨ ਦੀਆਂ ਡੈਫੀਨੇਸ਼ਨ ਵੀ ਸਾਨੂੰ ਬਹੁਤ ਪੁੱਛੀਆਂ ਜਾਂਦੀਆਂ। ਡਾਕਟਰ ਸਵੀਟ ਅਨੁਸਾਰ, ਠੀਕ ਆ, ਡਾਕਟਰ ਸਵੀਟ ਅਨੁਸਾਰ ਕੀ ਆ? ਵਿਆਕਰਨ ਭਾਸ਼ਾ ਦਾ ਵਿਵਹਾਰਿਕ ਵਿਸ਼ਲੇਸ਼ਣ ਹੈ। ਠੀਕ ਆ, ਹੁਣ ਸਮਝੋ ਤੁਸੀਂ ਇਸ ਡੈਫੀਨੇਸ਼ਨ ਨੂੰ। ਵਿਵਹਾਰਿਕ ਦਾ ਮਤਲਬ ਕੀ ਹੈਗਾ? ਠੀਕ ਆ, ਇੱਕ ਤਾਂ ਹੁੰਦਾ ਨਾ ਵੀ ਕੋਈ ਚੀਜ਼ ਅਸੀਂ ਵੈਸੇ ਹੀ ਕਰ ਰਹੇ ਹਾਂ, ਹਨਾ, ਇੱਕ ਚੀਜ਼ ਉਹ ਜਿਹਨੂੰ ਅਸੀਂ ਅਪਣਾ ਹੀ ਲਿਆ। ਠੀਕ ਆ, ਹੁਣ ਵਿਆਕਰਨ ਕੀ ਆ?
ਵਿਆਕਰਨ ਕੀ ਆ ਕਿ ਸਾਡੀ ਭਾਸ਼ਾ ਦੇ ਨਿਯਮ ਘੜਦਾ ਵਾ, ਉਹਦੇ ਰੂਲ, ਠੀਕ ਆ, ਉਹਦੇ ਰੂਲ ਰੈਗੂਲੇਸ਼ਨ, ਭਾਸ਼ਾ ਨੂੰ ਲਿਖਣ ਦਾ ਢੰਗ, ਉਹਨੂੰ ਬੋਲਣ ਦਾ ਢੰਗ, ਠੀਕ ਆ, ਕਿੰਨੇ ਨਿਰਧਾਰਿਤ ਕੀਤਾ? ਸਾਡੇ ਵਿਆਕਰਨ ਨੇ ਕੀਤਾ। ਇਸੇ ਕਰਕੇ ਹੀ ਤਾਂ ਡਾਕਟਰ ਸਵੀਟ ਨੇ ਕਿਹਾ ਵੀ ਵਿਆਕਰਨ ਭਾਸ਼ਾ ਦਾ ਵਿਵਹਾਰਿਕ ਵਿਸ਼ਲੇਸ਼ਣ ਹੈ, ਯਾਨੀ ਕਿ ਵਿਵਹਾਰਿਕ ਰੂਪ ਹੈ। ਹੋ ਸਕਦਾ ਵਿਸ਼ਲੇਸ਼ਣ ਦੀ ਜਗ੍ਹਾ ਉਹ ਰੂਪ ਵੀ ਲਿਖ ਦੇਣ, ਪਰ ਡੈਫੀਨੇਸ਼ਨ ਐਜ਼ ਇਟ ਇਜ਼ ਹੀ ਪੁੱਛੀ ਜਾਂਦੀ ਆ। ਡੈਫੀਨੇਸ਼ਨ ਨਾ, ਵੈਸੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਬੜੀ ਇੰਟਰਸਟਿੰਗ, ਜਦੋਂ ਅਸੀਂ ਥਿਊਰੀ ਪੜ੍ਹਦੇ ਆ, ਥਿਊਰੀ ਦੇ ਵਿੱਚ ਸਾਨੂੰ ਕੁਐਸਚਨ ਘੁਮਾ ਫਿਰਾ ਕੇ ਆ ਜਾਂਦੇ ਆ, ਪਰ ਡੈਫੀਨੇਸ਼ਨ ਕੱਲੀਆਂ ਹੀ ਏਦਾਂ ਦੀਆਂ ਹੁੰਦੀਆਂ ਵਾ ਜਿਹੜੀਆਂ ਕਿ ਘੁਮਾ ਫਿਰਾ ਕੇ ਨਹੀਂ ਹੁੰਦੀਆਂ। ਜਿੱਦਾਂ ਹੀ ਰਾਈਟਰ ਨੇ ਕਿਹਾ ਹੁੰਦਾ ਉਵੇਂ ਹੀ ਡੈਫੀਨੇਸ਼ਨ ਪੁੱਛੀਆਂ ਜਾਂਦੀਆਂ। ਹੁਣ ਦੇਖੋ, ਜਿਵੇਂ ਸਕਿਨਰ ਨੇ ਕਿਹਾ ਵੀ ਗ੍ਰਹਿਣ ਕਰਨਾ ਤੇ ਯਾਦ ਰੱਖਣਾ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ, ਇਹਨੂੰ ਉਹ ਚੇਂਜ ਥੋੜੀ ਕਰਨਗੇ। ਜਿਵੇਂ ਸਕਿਨਰ ਨੇ ਡੈਫੀਨੇਸ਼ਨ ਦਿੱਤੀ ਉਵੇਂ ਹੀ ਲਿਖਿਆ ਜਾਊਗਾ। ਸੋ ਸਾਨੂੰ ਇਹ ਡੈਫੀਨੇਸ਼ਨ ਜਿਹੜੀਆਂ ਪੜ੍ਹ ਕੇ ਜ਼ਰੂਰ ਜਾਣੀਆਂ ਚਾਹੀਦੀਆਂ ਵਾ, ਕਿਉਂਕਿ ਇਹਨਾਂ ਨੂੰ ਕਦੀ ਵੀ ਘੁਮਾ ਫਿਰਾ ਕੇ ਨਹੀਂ ਪੁੱਛਿਆ ਜਾਂਦਾ, ਇਹਨਾਂ ਨੂੰ ਐਜ਼ ਇਟ ਇਜ਼ ਹੀ ਪੁੱਛਿਆ ਜਾਂਦਾ ਵਾ, ਤੇ ਇਹਨਾਂ ਤੋਂ ਫਿਰ ਸਾਡੇ ਨੰਬਰ ਵੀ ਬਹੁਤ ਜ਼ਿਆਦਾ ਬਣ ਜਾਂਦੇ ਆ। ਫਿਰ ਅਸੀਂ ਕਹਿ ਦਿੰਦੇ ਆ ਲੈ ਮੇਰੇ ਤਾਂ 30 ਚੋਂ 25 28 ਆਉਣੇ ਚਾਹੀਦੇ ਸੀ, ਤੇ ਇਹਨਾਂ ਡੈਫੀਨੇਸ਼ਨ ਕਰਕੇ ਸਾਡੇ ਨੰਬਰ ਜਿਹੜੇ ਨੇ ਘਟ ਜਾਂਦੇ ਨੇ। ਠੀਕ ਆ, ਅਗਲੀ ਡੈਫੀਨੇਸ਼ਨ ਕਰਦੇ ਆ। ਡੈਫੀਨੇਸ਼ਨ ਅਗਲੀ ਨੌਵੀਂ ਪਰਿਭਾਸ਼ਾ ਕਰਦੇ ਆ। ਇਹ ਡੈਫੀਨੇਸ਼ਨ ਹੈਗੀ ਆ ਬਲਾਰਡ ਦੀ। ਠੀਕ ਆ, ਬਹੁਤ ਹੀ ਇੰਪੋਰਟੈਂਟ ਡੈਫੀਨੇਸ਼ਨ ਹੈ ਵੀ। ਇਹ ਕੀ ਕਹਿੰਦਾ? ਇਹ ਕਹਿੰਦਾ ਆਰੰਭ ਵਿੱਚ ਸ਼ਕਲ ਅਤੇ ਹੁਨਰ ਦੀ ਕੀਮਤ ਤੇ ਹੀ ਜੇ ਹੋ ਸਕੇ ਤਾਂ ਬੱਚੇ ਨੂੰ ਜ਼ਿਆਦਾ ਕਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅਧਿਆਪਕ ਦਾ ਕੰਮ ਜ਼ਿਆਦਾ ਤੋਂ ਜ਼ਿਆਦਾ ਖੁੱਲੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਬਹੁਲਤਾ ਹਾਸਲ ਕਰਨਾ ਹੈ। ਬਲਾਰਡ ਦੇ ਕਹਿਣ ਦਾ ਮਤਲਬ ਕੀ ਆ ਵੀ ਏਦਾਂ ਤੇ ਨਹੀਂ ਨਾ ਹੋਣਾ ਚਾਹੀਦਾ ਵੀ ਟੀਚਰ ਕਲਾਸ 'ਚ ਗਿਆ ਹਨਾ ਤੇ ਬੱਚੇ ਸਹਿਮੇ ਜਿਹੇ ਰਹਿੰਦੇ ਆ, ਜਿੰਨਾ ਚਿਰ ਟੀਚਰ ਕਲਾਸ 'ਚ ਉਹਨਾਂ ਚਿਰ ਬੱਚੇ ਸਹਿਮੇ ਜਿਹੇ ਰਹਿੰਦੇ ਆ। ਸੋ ਇਹ ਚੀਜ਼ ਨਹੀਂ ਕਰਨੀ ਕਿ ਬੱਚੇ ਮਤਲਬ ਕਿ ਖੁੱਲੇ ਦਿਲ ਨਾਲ ਆਪਣੇ ਵਿਚਾਰ, ਆਪਣੀਆਂ ਭਾਵਨਾਵਾਂ ਜਿਹੜੀਆਂ ਵਾ ਪ੍ਰਗਟ ਕਰ ਸਕਣ। ਠੀਕ ਆ, ਯਾਨੀ ਕਿ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਕੁਝ ਨਾ ਕੁਝ ਕਹਿਣ ਦੇ ਮੌਕੇ ਦੇਣੇ ਚਾਹੀਦੇ ਆ। ਕਿਹਨੂੰ ਦੇਣੇ ਚਾਹੀਦੇ ਆ? ਟੀਚਰ ਨੂੰ ਉਹ ਮੌਕੇ ਦੇਣੇ ਚਾਹੀਦੇ ਆ। ਇਹ ਗੱਲ ਕਿਹਨੇ ਕਹੀ? ਬਲਾਰਡ ਨੇ ਕਹੀ। ਠੀਕ ਆ, ਉਸ ਤੋਂ ਬਾਅਦ ਸਾਡੀ ਅਗਲੀ ਡੈਫੀਨੇਸ਼ਨ ਹੈਗੀ ਆ ਰਾਇਬਰਨ ਦੀ। ਠੀਕ ਆ, ਰਾਇਬਰਨ ਦੀ ਡੈਫੀਨੇਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹ ਵੀ ਇੱਕ ਵਾਰੀ ਪੁੱਛੀ ਗਈ ਸੀ ਪੇਪਰ ਦੇ ਵਿੱਚ। ਇਹ ਕੀ ਕਹਿੰਦਾ? ਕਹਿੰਦਾ ਭਾਸ਼ਾ ਇੱਕ ਉਪਕਰਨ ਹੈ, ਇੱਕ ਸਾਧਨ ਹੈ ਆਨੰਦ ਅਤੇ ਪ੍ਰਸੰਨਤਾ ਅਤੇ ਗਿਆਨ ਦਾ। ਦੇਖੋ ਕਿੰਨੀ ਸੋਹਣੀ ਡੈਫੀਨੇਸ਼ਨ ਆ। ਕੀ ਕਹਿੰਦਾ? ਕਹਿੰਦਾ ਭਾਸ਼ਾ ਇੱਕ ਉਪਕਰਨ ਹੈ, ਇੱਕ ਸਾਧਨ ਹੈ ਆਨੰਦ ਅਤੇ ਪ੍ਰਸੰਨਤਾ ਅਤੇ ਗਿਆਨ ਦਾ, ਇੱਕ ਨਿਰਦੇਸ਼ਕ ਹੈ ਰੁਚੀਆਂ ਅਤੇ ਭਾਵਨਾਵਾਂ ਦਾ। ਦੇਖੋ ਕਿੰਨੀ ਸੋਹਣੀ ਡੈਫੀਨੇਸ਼ਨ ਆ। ਉਪਕਰਨ ਜਾਣੀ ਕਿ ਕੋਈ ਨਾ ਕੋਈ ਸਾਧਨ। ਕਹਿੰਦੇ ਭਾਸ਼ਾ ਇੱਕ ਸਾਧਨ ਆ। ਕਿਹਦਾ ਸਾਧਨ ਆ? ਆਨੰਦ ਕੀ ਹੁੰਦੀ ਆ? ਖੁਸ਼ੀ। ਪ੍ਰਸੰਨਤਾ ਵੀ ਖੁਸ਼ੀ। ਠੀਕ ਆ, ਇੱਕ ਖੁਸ਼ੀ ਦਾ ਸਾਧਨ ਆ, ਗਿਆਨ ਦਾ ਸਾਧਨ ਆ। ਫਿਰ ਕੀ ਕਹਿੰਦਾ? ਵੀ ਇੱਕ ਨਿਰਦੇਸ਼ਕ ਆ ਰੁਚੀਆਂ ਅਤੇ ਭਾਵਨਾਵਾਂ ਦਾ। ਠੀਕ ਆ, ਸਾਡੇ ਇੰਟਰਸਟ, ਸਾਡੀਆਂ ਫੀਲਿੰਗਸ, ਇਹਨਾਂ ਸਾਰਿਆਂ ਦਾ ਸਾਧਨ ਕੀ ਆ? ਭਾਸ਼ਾ। ਜੇ ਸਾਡੇ ਕੋਲ ਭਾਸ਼ਾ ਆ ਤੇ ਅਸੀਂ ਆਪਦੀ ਖੁਸ਼ੀ ਜਿਹੜੀ ਆ ਜ਼ਾਹਿਰ ਕਰ ਸਕਦੇ ਆ। ਜੇ ਸਾਡੇ ਕੋਲ ਭਾਸ਼ਾ ਵਾ ਤੇ ਅਸੀਂ ਗਿਆਨ ਲੈ ਸਕਦੇ ਆ, ਗਿਆਨ ਦੇ ਸਕਦੇ ਆ। ਜੇ ਸਾਡੇ ਕੋਲ ਭਾਸ਼ਾ ਵਾ ਤੇ ਅਸੀਂ ਰੁਚੀਆਂ ਜਿਹੜੀਆਂ ਆਪਣੀਆਂ ਰੁਚੀਆਂ ਗੇਨ ਕਰ ਸਕਦੇ ਆ। ਠੀਕ ਆ, ਉਸ ਤੋਂ ਬਾਅਦ ਜੇ ਸਾਡੇ ਕੋਲ ਭਾਸ਼ਾ ਵਾ ਤੇ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਆ, ਆਪਣੀਆਂ ਭਾਵਨਾਵਾਂ ਨੂੰ ਦੂਜੇ ਦੇ ਨਾਲ ਬਿਆਨ ਕਰ ਸਕਦੇ ਆ। ਕਿੰਨੀ ਸੋਹਣੀ ਡੈਫੀਨੇਸ਼ਨ ਆ। ਇਹ ਤਾਂ ਮੇਰੀ ਫੇਵਰੇਟ ਡੈਫੀਨੇਸ਼ਨ ਆ ਕਿਹਦੀ? ਰਾਇਬਰਨ ਦੀ। ਨਾਮ ਹੀ ਕਿੰਨਾ ਸੋਹਣਾ ਤੇ ਡੈਫੀਨੇਸ਼ਨ ਉਦੋਂ ਵੀ ਸੋਹਣੀ। ਠੀਕ ਆ, ਬਾਏ ਫੇਸ ਪਤਾ ਨਹੀਂ ਕਿੰਨਾ ਕੁ ਸੋਹਣਾ ਹੋਣਾ ਸੀ ਇਹ ਬੰਦਾ, ਹਨਾ। ਚਲੋ, ਇਹ ਤਾਂ ਹੋ ਗਿਆ ਆਪਣੀਆਂ। ਅੱਛਾ, ਬਲਾਰਡ ਦੀ ਡੈਫੀਨੇਸ਼ਨ ਆਪਣੀ ਹੈਗੀ 9ਵੀਂ, ਰਾਇਬਰਨ ਦੀ 10ਵੀਂ, ਯਾਨੀ ਕਿ ਆਪਾਂ 10 ਡੈਫੀਨੇਸ਼ਨ ਕਰ ਚੁੱਕੇ ਆ। ਅੱਗੇ ਆਪਾਂ ਦੇਖਦੇ ਆ ਕਿਹੜੀ ਡੈਫੀਨੇਸ਼ਨ ਆ। ਅਗਲੀ ਸਾਡੀ 11ਵੀਂ ਡੈਫੀਨੇਸ਼ਨ ਹੈਗੀ ਆ ਬਲੂਮਫੀਲਡ ਦੀ। ਬਲੂਮਫੀਲਡ ਕਹਿੰਦਾ ਭਾਸ਼ਾ ਦੇ ਰੂਪ ਦੀ ਸਾਰਥਿਕ ਅਤੇ ਸ਼ੁੱਧ ਵਿਵਸਥਾ ਹੀ ਵਿਆਕਰਨ ਹੈ। ਯਾਨੀ ਕਿ ਜਿਹੜੀ ਸਾਡੀ ਭਾਸ਼ਾ ਵਾ ਉਹਦਾ ਕੋਈ ਸਾਰਥਕ ਰੂਪ, ਉਹਦੀ ਵਿਵਸਥਾ ਕੀਤੀ ਹੋਣੀ ਸ਼ੁੱਧ ਰੂਪ ਦੇ ਨਾਲ, ਨਾ ਕਿ ਅਸ਼ੁੱਧ ਰੂਪ ਦੇ ਨਾਲ। ਠੀਕ ਆ, ਉਹ ਚੀਜ਼ ਕੀ ਆ? ਉਹ ਵਿਆਕਰਨ ਆ। ਠੀਕ ਆ, ਯਾਨੀ ਕਿ ਅਸੀਂ ਹੁਣ ਕੀਤੀਆਂ 11 ਡੈਫੀਨੇਸ਼ਨ। ਇਹ 11 ਡੈਫੀਨੇਸ਼ਨ ਉਹ ਡੈਫੀਨੇਸ਼ਨ ਆ ਜਿਹੜੀਆਂ ਕਿਹਦੇ ਬਾਰੇ ਆ?
ਭਾਸ਼ਾ ਦੇ ਬਾਰੇ ਆ ਤੇ ਵਿਆਕਰਨ ਦੇ ਬਾਰੇ ਆ। ਠੀਕ ਹੈ, ਭਾਸ਼ਾ ਦੇ ਬਾਰੇ ਤੇ ਵਿਆਕਰਨ ਦੇ ਬਾਰੇ ਜੇ ਤੁਹਾਨੂੰ ਡੈਫੀਨੇਸ਼ਨ ਪੁੱਛੀ ਗਈ ਤੇ ਇਹਨਾਂ 11 ਡੈਫੀਨੇਸ਼ਨਾਂ ਦੇ ਵਿੱਚੋਂ ਹੀ ਪੁੱਛੀ ਜਾਊਗੀ। ਠੀਕ ਆ, ਤੁਸੀਂ ਇਹਨਾਂ ਡੈਫੀਨੇਸ਼ਨ ਦਾ ਮੇਨ ਹੈਡਿੰਗ ਹੀ ਪਾਉਣਾ ਵਾ ਭਾਸ਼ਾ ਅਤੇ ਵਿਆਕਰਨ ਦੀਆਂ ਇੰਪੋਰਟੈਂਟ ਜਾਂ ਮਹੱਤਵਪੂਰਨ ਪਰਿਭਾਸ਼ਾਵਾਂ। ਠੀਕ ਆ, ਵਿਆਕਰਨ ਦੀਆਂ ਪਰਿਭਾਸ਼ਾਵਾਂ ਬਹੁਤ ਹੀ ਇੰਪੋਰਟੈਂਟ ਆ, ਭਾਸ਼ਾ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਉਹ ਵੀ ਬਹੁਤ ਇੰਪੋਰਟੈਂਟ ਆ। ਠੀਕ ਹੈ, ਆਪਾਂ ਪੰਜਾਬੀ ਦੀ ਅਗਲੀ ਕਲਾਸ ਦੇ ਵਿੱਚ ਕਰਾਂਗੇ ਮੁਲਾਂਕਣ ਦੀਆਂ ਡੈਫੀਨੇਸ਼ਨ, ਕਿਉਂਕਿ ਸਾਨੂੰ ਮੁਲਾਂਕਣ ਦੀਆਂ ਡੈਫੀਨੇਸ਼ਨ ਵੀ ਬਹੁਤ ਪੁੱਛੀਆਂ ਜਾਂਦੀਆਂ ਤੇ ਅਗਲੀ ਕਲਾਸ ਦੇ ਵਿੱਚ ਫਿਰ ਆਪਾਂ ਕਰਦੇ ਹਾਂ ਮੁਲਾਂਕਣ ਦੀਆਂ ਡੈਫੀਨੇਸ਼ਨ। 7 ਤੋਂ 8 ਡੈਫੀਨੇਸ਼ਨ ਉਹ ਹੋਣਗੀਆਂ, 11 ਕੁ ਡੈਫੀਨੇਸ਼ਨ ਆਪਣੀਆਂ ਇਹ ਹੋ ਗਈਆਂ। ਮੰਨ ਕੇ ਚਲੋ ਵੀ ਆਪਣੀਆਂ ਇਹ ਡੈਫੀਨੇਸ਼ਨ ਹੋ ਜਾਣਗੀਆਂ 20-21 ਡੈਫੀਨੇਸ਼ਨ ਜਿਹੜੀਆਂ। ਠੀਕ ਹੈ, ਇਹ ਤੁਸੀਂ ਜ਼ਰੂਰ ਪੜ੍ਹਨੀਆਂ ਹੈ। ਠੀਕ ਆ, ਇਹ ਕਰਾਉਣ ਦਾ ਮੇਰਾ ਮੇਨ ਮੋਟਿਵ ਇਹ ਸੀ ਵੀ ਇਹ ਸਾਨੂੰ ਘੁਮਾ ਫਿਰਾ ਕੇ ਨਹੀਂ ਆਉਂਦੀਆਂ, ਇਹ ਸਾਨੂੰ ਐਜ਼ ਇਟ ਇਜ਼ ਹੀ ਪੁੱਛੀਆਂ ਜਾਂਦੀਆਂ ਵਾ। ਸੋ ਇਹ ਡੈਫੀਨੇਸ਼ਨ ਜ਼ਰੂਰ ਕਰਕੇ ਜਾਇਓ। ਪਰ ਕੁਝ ਬੱਚੇ ਡੈਫੀਨੇਸ਼ਨ ਤਾਂ ਨਹੀਂ ਕਰਦੇ, ਕਹਿੰਦੇ ਇੱਕ ਅੱਧੀ ਡੈਫੀਨੇਸ਼ਨ ਪੁੱਛੀ ਜਾਣੀ ਆ, ਇੱਕ ਅੱਧੀ ਡੈਫੀਨੇਸ਼ਨ ਦੇ ਬਦਲੇ ਕਿਹੜਾ ਇਦਾਂ ਘੋਟੇ ਲਾਈ ਜਾਵੇ, ਰੱਟੇ ਲਾਈ ਜਾਵੇ। ਸੋ ਇਹ ਚੀਜ਼ਾਂ ਜਦੋਂ ਆਪਾਂ ਸੋਚ ਲੈਂਦੇ ਆ ਨਾ, ਆਪਣੀਆਂ ਇਹਨਾਂ ਗਲਤੀਆਂ ਕਰਕੇ ਆਪਣਾ ਪੇਪਰ ਜਿਹੜਾ ਵਾ 1-2 ਨੰਬਰ ਤੋਂ ਰਹਿ ਜਾਂਦਾ ਵਾ। ਸੋ ਉਹੀ ਗਲਤੀਆਂ ਬਾਰ-ਬਾਰ ਨਾ ਕਰੋ ਜਿਹੜੀਆਂ ਤੁਸੀਂ ਪਹਿਲਾਂ ਕੀਤੀਆਂ ਵਾ। ਤਾਂ ਹੀ ਮੈਂ ਤੁਹਾਨੂੰ ਡੈਫੀਨੇਸ਼ਨ ਜਿਹੜੀਆਂ ਵਾ ਇੱਕੇ ਵਾਰ ਹੀ ਕਰਵਾ ਦਿੱਤੀਆਂ ਵਾ। ਸੋ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਮੁਲਾਂਕਣ ਦੀਆਂ ਡੈਫੀਨੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।